ਓਮ ਸ਼ਾਂਤੀ। ਅੱਜ ਸੁਣਦੇ ਹਾਂ 25 ਜੁਲਾਈ 2021 ਦੇ ਬਾਬਾ ਦੇ ਅਵਿਅਕਤ ਮਹਾਵਾਕ। ਰਿਵਾਈਜ਼ ਕੋਰਸ ਦੀ ਮੁਰਲੀ ਹੈ 20 ਫਰਵਰੀ 1988 ਦੀ। ਮੁਰਲੀ ਦਾ ਸਾਰ ਹੈ, ਤਨ ਮਨ ਦੀ ਥਕਾਵਟ ਮਿਟਾਉਣ ਦਾ ਸਾਧਨ ਸ਼ਕਤੀਸ਼ਾਲੀ ਯਾਦ। ਤਨ ਮਨ ਦੀ ਥਕਾਵਟ ਮਿਟਾਉਣ ਦਾ ਸਾਧਨ ਸ਼ਕਤੀਸ਼ਾਲੀ ਯਾਦ। ਅੱਜ ਪਰਦੇਸੀ ਬਾਪ ਆਪਣੇ ਅਨਾਦਿ ਦੇਸ਼ਵਾਸੀ ਤੇ ਆਦਿ ਦੇਸ਼ਵਾਸੀ ਸੇਵਾ ਅਰਥ ਸਾਰੇ ਵਿਦੇਸ਼ੀ ਅਜਿਹੇ ਬੱਚਿਆਂ ਨੂੰ ਮਿਲਣ ਆਏ ਨੇ। ਬਾਪ ਦਾਦਾ ਜਾਣਦੇ ਨੇ ਇਹ ਮੇਰੇ ਸਿੱਕਿਲ ਦੇ ਲਾਡਲੇ ਬੱਚੇ ਨੇ, ਅਨਾਦਿ ਦੇਸ਼ ਪਰਮ ਧਾਮ ਦੇ ਨਿਵਾਸੀ ਨੇ ਤੇ ਨਾਲ ਨਾਲ ਸ੍ਰਿਸ਼ਟੀ ਦੇ ਆਦਿ ਤੇ ਇਸ ਭਾਰਤ ਭੂਮੀ ਵਿੱਚ ਜਦੋਂ ਸਤਜੁਗੀ ਸਵਦੇਸ਼ ਸੀ, ਆਪਣਾ ਰਾਜ ਸੀ ਜਿਸ ਨੂੰ ਸਾਰੇ ਭਾਰਤ ਕਹਿੰਦੇ ਸੀ। ਆਦਿ ਵਿੱਚ ਐਸੇ ਭਾਰਤ ਦੇਸ਼ ਵਾਸੀ ਸੀ। ਇਸ ਭਾਰਤ ਭੂਮੀ ਵਿੱਚ ਬ੍ਰਹਮਾ ਬਾਪ ਦੇ ਨਾਲ ਨਾਲ ਰਾਜ ਕੀਤਾ ਹੈ। ਅਨੇਕ ਜਨਮ ਆਪਣੇ ਰਾਜ ਵਿੱਚ ਸੁਖ ਸ਼ਾਂਤੀ ਸੰਪੰਨ ਜੀਵਨ ਗੁਜ਼ਾਰਿਆ ਹੈ। ਇਸ ਲਈ ਆਦਿ ਦੇਸ਼ਵਾਸੀ ਹੋਣ ਦੇ ਕਾਰਨ ਭਾਰਤ ਭੂਮੀ ਨਾਲ ਦਿਲ ਦਾ ਪਿਆਰ ਹੈ। ਭਾਵੇਂ ਕਿੰਨਾ ਵੀ ਹੁਣ ਅੰਤ ਵਿੱਚ ਭਾਰਤ ਗਰੀਬ ਧੂਲ ਮਿੱਟੀ ਵਾਲਾ ਬਣ ਗਿਆ, ਫਿਰ ਵੀ ਆਪਣਾ ਦੇਸ਼ ਤਾਂ ਆਪਣਾ ਹੀ ਹੁੰਦਾ ਹੈ। ਤਾਂ ਤੁਹਾਡੇ ਸਾਰਿਆਂ ਦੀ ਆਤਮਾ ਦਾ ਆਪਣਾ ਦੇਸ਼, ਸਰੀਰਧਾਰੀ ਦੇਵਤਾ ਜੀਵਨ ਦਾ ਆਪਣਾ ਦੇਸ਼ ਕਿਹੜਾ ਸੀ? ਭਾਰਤ ਸੀ ਨਾ। ਕਿੰਨੇ ਜਨਮ ਭਾਰਤ ਭੂਮੀ ਵਿੱਚ ਰਹੇ ਹੋ ਉਹ ਯਾਦ ਹੈ? 21 ਜਨਮਾਂ ਦਾ ਵਰਸਾ ਸਾਰਿਆਂ ਨੇ ਬਾਪ ਕੋਲੋਂ ਪ੍ਰਾਪਤ ਕਰ ਲਿਆ। ਇਸ ਲਈ 21 ਜਨਮਾਂ ਦੀ ਗਰੰਟੀ ਤਾਂ ਹੈ ਹੀ। ਬਾਅਦ ਵਿੱਚ ਹਰ ਇੱਕ ਆਤਮਾ ਦੇ ਕਈ ਜਨਮ ਭਾਰਤ ਭੂਮੀ ਵਿੱਚ ਹੋਏ, ਕਿਉਂਕਿ ਜੋ ਬ੍ਰਹਮਾ ਬਾਪ ਦੇ ਸਮੀਪ ਆਤਮਾਵਾਂ ਨੇ, ਸਮਾਨ ਬਣਨ ਵਾਲੀਆਂ ਆਤਮਾਵਾਂ ਨੇ, ਉਹ ਬ੍ਰਹਮਾ ਬਾਪ ਦੇ ਨਾਲ ਨਾਲ ਆਪੇ ਹੀ ਪੂਜੇ, ਆਪੇ ਹੀ ਪੁਜਾਰੀ ਦਾ ਪਾਠ ਵੀ ਨਾਲ ਨਾਲ ਵਜਾਉਂਦੀਆਂ ਨੇ। ਦੁਆਪਰ ਯੁੱਗ ਦੇ ਪਹਿਲੇ ਭਗਤ ਤੁਸੀਂ ਬ੍ਰਾਹਮਣ ਆਤਮਾਵਾਂ ਬਣਦੀਆਂ ਹੋ। ਆਦਿ ਸਵਰਗ ਵਿੱਚ ਐਸੇ ਦੇਸ਼ ਦੇ ਵਾਸੀ ਸੀ। ਅਨੇਕ ਵਾਰ ਇਸ ਭਾਰਤ ਭੂਮੀ ਦੇ ਦੇਸ਼ਵਾਸੀ ਹੋ। ਇਸ ਲਈ ਬ੍ਰਾਹਮਣਾਂ ਦਾ ਅਲੌਕਿਕ ਸੰਸਾਰ ਮਧੂਬਨ, ਉਹਦੇ ਨਾਲ ਅਤੀ ਪਿਆਰ ਹੈ। ਇਹ ਮਧੂਬਨ ਬ੍ਰਾਹਮਣਾਂ ਦਾ ਛੋਟਾ ਜਿਹਾ ਸੰਸਾਰ ਹੈ। ਇਹ ਸੰਸਾਰ ਬਹੁਤ ਚੰਗਾ ਲੱਗਦਾ ਹੈ ਨਾ, ਇੱਥੇ ਜਾਣ ਦੀ ਦਿਲ ਨਹੀਂ ਹੁੰਦੀ। ਜੇਕਰ ਹੁਣੇ ਆਰਡਰ ਕਰ ਦਈਏ ਮਧੂਬਨ ਨਿਵਾਸੀ ਬਣ ਜਾਓ ਤਾਂ ਖੁਸ਼ੀ ਹੋਵੇਗੀ ਨਾ। ਜਾਂ ਇਹ ਸੰਕਲਪ ਆਏਗਾ ਸੇਵਾ ਕੌਣ ਕਰੇਗਾ? ਸੇਵਾ ਦੇ ਲਈ ਤਾਂ ਜਾਣਾ ਹੀ ਚਾਹੀਦਾ ਹੈ। ਬਾਪ ਦਾਦਾ ਕਹਿਣ ਬੈਠ ਜਾਓ, ਫਿਰ ਵੀ ਸੇਵਾ ਯਾਦ ਆਏਗੀ। ਸੇਵਾ ਕਰਾਉਣ ਵਾਲਾ ਕੌਣ? ਜੋ ਬਾਪ ਦਾ ਡਾਇਰੈਕਸ਼ਨ ਹੋਵੇ, ਸ਼੍ਰੀਮਤ ਹੋਵੇ, ਉਸ ਨੂੰ ਉਸ ਰੂਪ ਵਿੱਚ ਪਾਲਨ ਕਰਨਾ। ਇਸ ਨੂੰ ਕਹਿੰਦੇ ਨੇ ਸੱਚਾ ਆਗਿਆਕਾਰੀ ਬੱਚਾ। ਬਾਪ ਦਾਦਾ ਜਾਣਦੇ ਨੇ ਮਧੂਬਨ ਵਿੱਚ ਬਿਠਾਣਾ ਹੈ ਜਾਂ ਸੇਵਾ ਤੇ ਭੇਜਣਾ ਹੈ। ਬ੍ਰਾਹਮਣ ਬੱਚਿਆਂ ਨੂੰ ਹਰ ਗੱਲ ਵਿੱਚ ਐਵਰ ਰੈਡੀ ਰਹਿਣਾ ਹੈ। ਹੁਣੇ ਜੋ ਡਾਇਰੈਕਸ਼ਨ ਮਿਲਿਆ ਉਸ ਵਿੱਚ ਐਵਰ ਰੈਡੀ ਰਹਿਣਾ। ਸੰਕਲਪ ਮਾਤਰ ਵੀ ਮਨਮਤ ਮਿਕਸ ਨਾ ਹੋਵੇ। ਇਸ ਨੂੰ ਕਹਿੰਦੇ ਨੇ ਸ਼੍ਰੀਮਤ ਤੇ ਚੱਲਣ ਵਾਲੀ ਸ੍ਰੇਸ਼ਟ ਆਤਮਾ। ਇਹ ਜਾਣਦੇ ਹੋ ਨਾ, ਸੇਵਾ ਦਾ ਜ਼ਿੰਮੇਵਾਰ ਬਾਪ ਦਾਦਾ ਹੈ ਜਾਂ ਤੁਸੀਂ ਹੋ। ਇਸ ਜ਼ਿੰਮੇਵਾਰੀ ਤੋਂ ਤੁਸੀਂ ਹਲਕੇ ਹੋ ਨਾ, ਜਾਂ ਜ਼ਿੰਮੇਵਾਰੀ ਦਾ ਥੋੜਾ ਬੋਝ ਹੈ। ਇੰਨਾ ਵੱਡਾ ਪ੍ਰੋਗਰਾਮ ਕਰਨਾ ਹੈ, ਇਹ ਕਰਨਾ ਹੈ, ਬੋਝ ਤਾਂ ਨਹੀਂ ਸਮਝਦੇ ਹੋ ਨਾ। ਕਰਾਵਨਹਾਰ ਕਰ ਰਿਹਾ ਹੈ। ਕਰਾਵਨਹਾਰ ਇੱਕ ਬਾਬਾ ਹੀ ਹੈ। ਕਿਸੇ ਦੀ ਬੁੱਧੀ ਨੂੰ ਟੱਚ ਕਰਕੇ ਵਿਸ਼ਵ ਸੇਵਾ ਦਾ ਕੰਮ ਕਰਾਉਂਦੇ ਰਹਿੰਦੇ ਨੇ ਤੇ ਕਰਵਾਉਂਦੇ ਰਹਿਣਗੇ। ਸਿਰਫ ਨਿਮਿਤ ਬੱਚਿਆਂ ਨੂੰ ਇਸ ਲਈ ਬਣਾਉਂਦੇ ਨੇ ਕਿਉਂਕਿ ਜੋ ਕਰੇਗਾ ਸੋ ਪਾਏਗਾ। ਪਾਉਣ ਵਾਲੇ ਬੱਚੇ ਨੇ, ਬਾਪ ਨੇ ਨਹੀਂ ਪਾਉਣਾ। ਪ੍ਰਲਬਧ ਪਾਉਣਾ ਜਾਂ ਸੇਵਾ ਦਾ ਫਲ ਅਨੁਭਵ ਕਰਨਾ ਇਹ ਆਤਮਾਵਾਂ ਦਾ ਕੰਮ ਹੈ। ਇਸ ਲਈ ਨਿਮਿਤ ਬੱਚਿਆਂ ਨੂੰ ਬਣਾਉਂਦੇ ਨੇ। ਸਾਕਾਰ ਰੂਪ ਵਿੱਚ ਸੇਵਾ ਕਰਾਉਣ ਦਾ ਕੰਮ ਵੇਖਿਆ। ਹੁਣ ਅਵਿਅਕਤ ਰੂਪ ਵਿੱਚ ਕਰਾਵਨਹਾਰ ਬਾਪ ਅਵਿਅਕਤ ਬ੍ਰਹਮਾ ਦੁਆਰਾ ਕਿਵੇਂ ਸੇਵਾ ਕਰਵਾ ਰਿਹਾ ਹੈ ਇਹ ਵੇਖ ਰਹੇ ਹੋ ਨਾ। ਅਵਿਅਕਤ ਸੇਵਾ ਦੀ ਗਤੀ ਹੋਰ ਵੀ ਤੀਵਰ ਗਤੀ ਹੈ। ਕਰਾਉਣ ਵਾਲਾ ਕਰਾ ਰਿਹਾ ਹੈ, ਤੁਸੀਂ ਕਠਪੁਤਲੀ ਵਾਂਗ ਨੱਚ ਰਹੇ ਹੋ। ਇਹ ਸੇਵਾ ਇੱਕ ਖੇਡ ਹੈ। ਕਰਾਉਣ ਵਾਲਾ ਕਰਾ ਰਿਹਾ ਹੈ, ਤੁਸੀਂ ਨਿਮਿਤ ਬਣ ਇੱਕ ਕਦਮ ਦਾ ਪਦਮ ਗੁਣਾ ਪ੍ਰਲਬਧ ਬਣਾ ਰਹੇ ਹੋ। ਤਾਂ ਬੋਝਾ ਕਿਸ ਦੇ ਉੱਪਰ ਹੈ? ਕਰਾਉਣ ਵਾਲੇ ਤੇ ਜਾਂ ਕਰਨ ਵਾਲੇ ਤੇ? ਬਾਪ ਜਾਣਦੇ ਨੇ ਇਹ ਵੀ ਬੋਝ ਨਹੀਂ ਹੈ। ਤੁਸੀਂ ਬੋਝ ਕਹਿੰਦੇ ਹੋ ਤਾਂ ਬਾਪ ਵੀ ਬੋਝ ਸ਼ਬਦ ਕਹਿੰਦੇ ਨੇ।
ਬਾਪ ਦੇ ਲਈ ਤਾਂ ਸਭ ਕੁਝ ਹੋਇਆ ਹੀ ਪਿਆ ਹੈ। ਸਿਰਫ ਜਿਵੇਂ ਲਕੀਰ ਖਿੱਚੀ ਜਾਂਦੀ ਹੈ, ਲਕੀਰ ਖਿੱਚਣਾ ਵੱਡੀ ਗੱਲ ਲੱਗਦੀ ਹੈ ਕਿ ਬਾਪ ਦਾਦਾ ਐਵੇਂ ਸੇਵਾ ਕਰਾਉਂਦੇ ਨੇ। ਸੇਵਾ ਵੀ ਇੰਨੀ ਸਹਿਜ ਹੈ ਜਿਵੇਂ ਇੱਕ ਲਕੀਰ ਖਿੱਚਣਾ। ਰਿਪੀਟ ਕਰ ਰਹੇ ਹਾਂ, ਨਿਮਿਤ ਖੇਡ ਕਰ ਰਹੇ ਹਾਂ। ਜਿਵੇਂ ਮਾਇਆ ਦਾ ਵਿਗਨ ਖੇਡ ਹੈ ਤਾਂ ਸੇਵਾ ਵੀ ਮਿਹਨਤ ਨਹੀਂ ਪਰ ਖੇਡ ਹੈ। ਐਵੇਂ ਸਮਝਣ ਨਾਲ ਸੇਵਾ ਵੀ ਸਦਾ ਹੀ ਰਿਫਰੈਸ਼ ਅਨੁਭਵ ਕਰੋਗੇ। ਜਦੋਂ ਕੋਈ ਖੇਡ ਕਰਦੇ ਹੋ ਤਾਂ ਕਿਸ ਲਈ ਕਰਦੇ ਹੋ? ਥੱਕਣ ਦੇ ਲਈ ਤਾਂ ਨਹੀਂ ਕਰਦੇ ਨਾ, ਰਿਫਰੈਸ਼ ਹੋਣ ਦੇ ਲਈ ਖੇਡਦੇ ਹੋ ਨਾ। ਭਾਵੇਂ ਕਿੰਨਾ ਵੀ ਵੱਡਾ ਕੰਮ ਹੋਵੇ ਪਰ ਐਵੇਂ ਅਨੁਭਵ ਕਰੋਗੇ ਜਿਵੇਂ ਖੇਡ ਕੇ ਰਿਫਰੈਸ਼ ਹੋ ਜਾਂਦੇ ਹਾਂ। ਚਾਹੇ ਕਿੰਨਾ ਵੀ ਥਕਾਨ ਵਾਲਾ ਖੇਡ ਹੋਵੇ ਪਰ ਖੇਡ ਸਮਝਣ ਨਾਲ ਥਕਾਵਟ ਨਹੀਂ ਹੁੰਦੀ, ਕਿਉਂਕਿ ਆਪਣੇ ਦਿਲ ਦੀ ਰੁਚੀ ਨਾਲ ਖੇਡ ਕੀਤਾ ਨਾ। ਭਾਵੇਂ ਖੇਡ ਵਿੱਚ ਕਿੰਨਾ ਵੀ ਹਾਰਡ ਵਰਕ ਕਰਨਾ ਪਵੇ ਲੇਕਿਨ ਉਹ ਵੀ ਮਨੋਰੰਜਨ ਲੱਗਦਾ ਹੈ, ਕਿਉਂਕਿ ਆਪਣੇ ਦਿਲ ਨਾਲ ਕਰਦੇ ਹੋ। ਹੋਰ ਕੋਈ ਲੋਕੀ ਕੰਮ ਬੋਝ ਵਾਂਗ ਹੁੰਦਾ ਹੈ, ਗੁਜ਼ਾਰੇ ਅਰਥ ਕਰਨਾ ਹੀ ਪਵੇਗਾ। ਡਿਊਟੀ ਸਮਝ ਕਰਦੇ ਹੋ, ਇਸ ਲਈ ਮਿਹਨਤ ਲੱਗਦੀ ਹੈ। ਭਾਵੇਂ ਸਰੀਰਕ ਮਿਹਨਤ ਦਾ, ਭਾਵੇਂ ਬੁੱਧੀ ਦੀ ਮਿਹਨਤ ਦਾ ਕੰਮ ਹੈ, ਪਰ ਡਿਊਟੀ ਸਮਝ ਕਰਨ ਨਾਲ ਥਕਾਵਟ ਅਨੁਭਵ ਕਰੋਗੇ ਨਹੀਂ, ਕਿਉਂਕਿ ਦਿਲ ਦੀ ਖੁਸ਼ੀ ਨਾਲ ਨਹੀਂ ਕਰਦੇ। ਜੋ ਆਪਣੇ ਮਨ ਦੇ ਉਮੰਗ ਨਾਲ ਖੁਸ਼ੀ ਨਾਲ ਕੰਮ ਕੀਤਾ ਉਸ ਵਿੱਚ ਥਕਾਵਟ ਨਹੀਂ ਹੁੰਦੀ, ਬੋਝ ਅਨੁਭਵ ਨਹੀਂ ਹੁੰਦਾ। ਕਿਤੇ ਕਿਤੇ ਬੱਚਿਆਂ ਦੇ ਉੱਪਰ ਸੇਵਾ ਦੇ ਹਿਸਾਬ ਨਾਲੋਂ ਜ਼ਿਆਦਾ ਕੰਮ ਵੀ ਆ ਜਾਂਦਾ ਹੈ, ਇਸ ਲਈ ਕਦੇ ਕਦੇ ਥਕਾਵਟ ਅਨੁਭਵ ਹੁੰਦੀ ਹੈ। ਬਾਪ ਦਾਦਾ ਦੇਖਦੇ ਨੇ ਕਈ ਬੱਚੇ ਅਥੱਕ ਬਣ ਸੇਵਾ ਕਰਨ ਦੇ ਉਮੰਗ ਉਤਸ਼ਾਹ ਵਿੱਚ ਰਹਿੰਦੇ ਨੇ, ਫਿਰ ਵੀ ਹਿੰਮਤ ਰੱਖ ਅੱਗੇ ਵਧ ਰਹੇ ਨੇ। ਇਹ ਵੇਖ ਬਾਪ ਦਾਦਾ ਹਰਸ਼ਿਤ ਹੁੰਦੇ ਨੇ। ਫਿਰ ਵੀ ਸਦਾ ਬੁੱਧੀ ਨੂੰ ਹਲਕਾ ਜ਼ਰੂਰ ਰੱਖੋ। ਬਾਪ ਦਾਦਾ ਬੱਚਿਆਂ ਦੇ ਸਭ ਪਲਾਨ ਪ੍ਰੋਗਰਾਮ ਵਤਨ ਵਿੱਚ ਬੈਠ ਵੇਖਦੇ ਰਹਿੰਦੇ ਨੇ। ਹਰ ਇੱਕ ਬੱਚੇ ਦੀ ਯਾਦ ਤੇ ਸੇਵਾ ਦਾ ਰਿਕਾਰਡ ਬਾਪ ਦਾਦਾ ਦੇ ਕੋਲ ਹਰ ਸਮੇਂ ਰਹਿੰਦਾ ਹੈ। ਜਿਵੇਂ ਤੁਹਾਡੀ ਦੁਨੀਆ ਵਿੱਚ ਰਿਕਾਰਡ ਰੱਖਣ ਦੇ ਲਈ ਕਈ ਸਾਧਨ ਨੇ, ਬਾਪ ਦੇ ਕੋਲ ਸਾਇੰਸ ਦੇ ਸਾਧਨਾਂ ਤੋਂ ਵੀ ਰਿਫਾਈਨ ਸਾਧਨ ਹੈ। ਖੁਦ ਹੀ ਕੰਮ ਕਰਦੇ ਰਹਿੰਦੇ। ਜਿਵੇਂ ਸਾਇੰਸ ਦੇ ਸਾਧਨ ਜੋ ਵੀ ਕੰਮ ਕਰਦੇ ਉਹ ਲਾਈਟ ਦੇ ਆਧਾਰ ਤੇ ਕਰਦੇ। ਸੂਖਮ ਵਤਨ ਤਾਂ ਹੈ ਹੀ ਲਾਈਟ ਦਾ, ਸਾਕਾਰ ਵਤਨ ਦੀ ਲਾਈਟ ਦੇ ਸਾਧਨ ਫਿਰ ਵੀ ਪ੍ਰਕਿਰਤੀ ਦੇ ਸਾਧਨ ਹੈ, ਪਰ ਅਵਿਅਕਤ ਵਤਨ ਦੇ ਸਾਧਨ ਪ੍ਰਕਿਰਤੀ ਦੇ ਸਾਧਨ ਨਹੀਂ। ਪ੍ਰਕਿਰਤੀ ਰੂਪ ਬਦਲਦੀ ਹੈ, ਸਤੋ ਰਜੋ ਤਮੋ ਵਿੱਚ ਪਰਿਵਰਤਿਤ ਹੁੰਦੀ ਹੈ। ਇਸ ਸਮੇਂ ਹੈ ਹੀ ਤਮੋਗੁਣੀ ਪ੍ਰਕਿਰਤੀ। ਇਸ ਲਈ ਇਹ ਸਾਧਨ ਅੱਜ ਚੱਲਣਗੇ, ਕੱਲ ਨਹੀਂ ਚੱਲਣਗੇ। ਪਰ ਅਵਿਅਕਤ ਵਤਨ ਦੇ ਸਾਧਨ ਪ੍ਰਕਿਰਤੀ ਤੋਂ ਪਰੇ ਨੇ, ਇਸ ਲਈ ਉਹ ਪਰਿਵਰਤਨ ਵਿੱਚ ਨਹੀਂ ਆਉਂਦੇ। ਜਦੋਂ ਚਾਹੋ ਜਿਵੇਂ ਚਾਹੋ ਸੂਖਮ ਵਤਨ ਸਾਧਨ ਸਦਾ ਹੀ ਆਪਣਾ ਕੰਮ ਕਰਦੇ ਰਹਿੰਦੇ ਨੇ। ਇਸ ਲਈ ਸਾਰੇ ਬੱਚਿਆਂ ਦੇ ਰਿਕਾਰਡ ਦੇਖਣਾ ਬਾਪ ਦਾਦਾ ਦੇ ਲਈ ਕੋਈ ਵੱਡੀ ਗੱਲ ਨਹੀਂ। ਤੁਹਾਨੂੰ ਲੋਕਾਂ ਨੂੰ ਸਾਧਨਾਂ ਨੂੰ ਸੰਭਾਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਬਾਪ ਦਾਦਾ ਯਾਦ ਤੇ ਸੇਵਾ ਦੋਨਾਂ ਦਾ ਰਿਕਾਰਡ ਦੇਖਦੇ ਨੇ, ਕਿਉਂਕਿ ਦੋਨਾਂ ਦਾ ਬੈਲੈਂਸ ਐਕਸਟਰਾ ਬਲੈਸਿੰਗ ਦਿਲਾਉਂਦਾ ਹੈ। ਜਿਵੇਂ ਸੇਵਾ ਦੇ ਲਈ ਸਮੇਂ ਕੱਢਦੇ ਹੋ, ਉਸ ਵਿੱਚ ਕਦੇ ਨਿਯਮ ਤੋਂ ਜ਼ਿਆਦਾ ਲਗਾ ਵੀ ਦਿੰਦੇ ਹੋ। ਸੇਵਾ ਵਿੱਚ ਸਮੇਂ ਲਗਾਉਣਾ ਬੜੀ ਚੰਗੀ ਗੱਲ ਹੈ। ਸੇਵਾ ਨਾਲ ਬਲ ਮਿਲਦਾ ਹੈ। ਸੇਵਾ ਵਿੱਚ ਬਿਜ਼ੀ ਹੋਣ ਦੇ ਕਾਰਨ ਛੋਟੀ ਛੋਟੀ ਗੱਲਾਂ ਤੋਂ ਬਚ ਜਾਂਦੇ ਹੋ। ਬਾਪ ਦਾਦਾ ਬੱਚਿਆਂ ਦੀ ਸੇਵਾ ਤੋਂ ਬਹੁਤ ਖੁਸ਼ ਨੇ, ਹਿੰਮਤ ਤੇ ਬਲਿਹਾਰ ਜਾਂਦੇ ਨੇ। ਪਰ ਜੋ ਸੇਵਾ ਯਾਦ ਵਿੱਚ, ਉਨਤੀ ਵਿੱਚ ਥੋੜਾ ਰੁਕਾਵਟ ਕਰਨ ਦੇ ਨਿਮਿਤ ਹੁੰਦੀ ਹੈ, ਅਜਿਹੀ ਸੇਵਾ ਦੇ ਸਮੇਂ ਨੂੰ ਘੱਟ ਕਰਨਾ ਚਾਹੀਦਾ ਹੈ। ਜਿਵੇਂ ਰਾਤ ਨੂੰ ਜਾਗਦੇ ਹੋ, 12 ਵਜੇ 1 ਵਜਾ ਦਿੰਦੇ ਹੋ ਤਾਂ ਅੰਮ੍ਰਿਤ ਵੇਲਾ ਫਰੈਸ਼ ਨਹੀਂ ਹੋਵੇਗਾ। ਬੈਠਦੇ ਹੋ ਪਰ ਨਿਯਮ ਪ੍ਰਮਾਣ। ਅੰਮ੍ਰਿਤ ਵੇਲਾ ਸ਼ਕਤੀਸ਼ਾਲੀ ਨਹੀਂ ਤਾਂ ਸਾਰੇ ਦਿਨ ਦੀ ਯਾਦ ਦੀ ਸੇਵਾ ਵਿੱਚ ਅੰਤਰ ਪੈ ਜਾਂਦਾ ਹੈ। ਮਾਨੋ ਸੇਵਾ ਦੇ ਪਲਾਨ ਬਣਾਉਣ ਵਿੱਚ, ਸੇਵਾ ਨੂੰ ਪ੍ਰੈਕਟੀਕਲ ਲਿਆਉਣ ਵਿੱਚ ਸਮਾਂ ਲੱਗਦਾ ਹੈ, ਪਰ ਰਾਤ ਦੇ ਸਮੇਂ ਨੂੰ ਕੱਟ ਕੇ 12 ਵਜੇ ਦੇ ਬਦਲੇ 11 ਵਜੇ ਸੋ ਜਾਓ। ਉਹੀ 1 ਘੰਟਾ ਜੋ ਕੱਟ ਕੀਤਾ, ਸਰੀਰ ਨੂੰ ਰੈਸਟ ਦਿੱਤੀ ਤਾਂ ਅੰਮ੍ਰਿਤ ਵੇਲਾ ਚੰਗਾ ਰਹੇਗਾ। ਬੁੱਧੀ ਵੀ ਫਰੈਸ਼ ਰਹੇਗੀ, ਨਹੀਂ ਤਾਂ ਦਿਲ ਖਾਂਦੀ ਰਹੇਗੀ ਕਿ ਸੇਵਾ ਤਾਂ ਕਰ ਰਹੇ ਹਾਂ ਪਰ ਯਾਦ ਦਾ ਚਾਰਟ ਜਿੰਨਾ ਹੋਣਾ ਚਾਹੀਦਾ ਹੈ ਓਨਾ ਨਹੀਂ। ਜੋ ਸੰਕਲਪ ਵਿੱਚ ਹੈ, ਮਨ ਵਿੱਚ ਬਾਰ-ਬਾਰ ਆਉਂਦਾ ਹੈ, ਇਹ ਐਵੇਂ ਹੋਣਾ ਚਾਹੀਦਾ ਹੈ ਪਰ ਹੋ ਨਹੀਂ ਰਿਹਾ। ਉਹ ਸੰਕਲਪ ਦੇ ਕਾਰਨ ਬੁੱਧੀ ਵਿੱਚ ਫਰੈਸ਼ ਨਹੀਂ ਹੁੰਦਾ। ਜੇਕਰ ਬੁੱਧੀ ਫਰੈਸ਼ ਹੈ
ਤਾਂ ਫਰੈਸ਼ ਬੁੱਧੀ ਨਾਲ 2-3 ਘੰਟੇ ਦਾ ਕੰਮ 1 ਘੰਟੇ ਵਿੱਚ ਪੂਰਾ ਕਰ ਸਕਦੇ ਹੋ। ਥੱਕੀ ਹੋਈ ਬੁੱਧੀ ਨਾਲ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਇਹ ਅਨੁਭਵ ਹੈ ਨਾ। ਜਿੰਨਾ ਫਰੈਸ਼ ਬੁੱਧੀ ਰਹਿੰਦੀ, ਸਰੀਰ ਦੇ ਹਿਸਾਬ ਨਾਲ ਫਰੈਸ਼, ਆਤਮਿਕ ਉન્નਤੀ ਦੇ ਰੂਪ ਵਿੱਚ ਫਰੈਸ਼, ਡਬਲ ਫਰੈਸ਼ਨੈਸ ਰਹਿੰਦੀ, ਤਾਂ 1 ਘੰਟੇ ਦਾ ਕੰਮ ਅੱਧੇ ਘੰਟੇ ਵਿੱਚ ਕਰ ਲਓਗੇ। ਇਸ ਲਈ ਸदैव ਆਪਣੀ ਦਿਨਚਰਿਆ ਵਿੱਚ ਫਰੈਸ਼ ਬੁੱਧੀ ਰਹਿਣ ਦਾ ਅਟੈਂਸ਼ਨ ਰੱਖੋ। ਜ਼ਿਆਦਾ ਸੌਣ ਦੀ ਆਦਤ ਨਾ ਹੋਵੇ, ਪਰ ਜੋ ਜ਼ਰੂਰੀ ਸਮਾਂ ਸਰੀਰ ਦੇ ਹਿਸਾਬ ਨਾਲ ਚਾਹੀਦਾ ਹੈ ਉਸ ਦਾ ਅਟੈਂਸ਼ਨ ਰੱਖੋ। ਕਦੇ ਕਦੇ ਕੋਈ ਸੇਵਾ ਦੀ ਚਾਂਸ ਹੁੰਦੀ ਹੈ, ਮਹੀਨੇ 'ਚ 2 ਵਾਰੀ 4 ਵਾਰੀ ਦੇਰੀ ਹੋ ਗਈ, ਉਹ ਹੋਰ ਗੱਲ ਹੈ। ਪਰ ਜੇਕਰ ਨਿਯਮਿਤ ਰੂਪ ਵਿੱਚ ਸਰੀਰ ਥੱਕਿਆ ਹੋਇਆ ਹੋਵੇਗਾ ਤਾਂ ਯਾਦ ਵਿੱਚ ਫਰਕ ਪੈ ਜਾਏਗਾ। ਜਿਵੇਂ ਸੇਵਾ ਦਾ ਪ੍ਰੋਗਰਾਮ ਬਣਾਉਂਦੇ ਹੋ, 4 ਘੰਟੇ ਦਾ ਸਮਾਂ ਕੱਢਣਾ ਹੈ ਤਾਂ ਕੱਢ ਲੈਂਦੇ ਹੋ, ਐਵੇਂ ਯਾਦ ਦਾ ਸਮਾਂ ਵੀ ਨਿਸ਼ਚਿਤ ਕੱਢਣਾ ਹੀ ਹੈ। ਇਸ ਨੂੰ ਜ਼ਰੂਰੀ ਸਮਝ ਇਸ ਵਿਧੀ ਨਾਲ ਆਪਣਾ ਪ੍ਰੋਗਰਾਮ ਬਣਾਓ। ਸੁਸਤੀ ਨਾ ਹੋਵੇ, ਪਰ ਸਰੀਰ ਨੂੰ ਰੈਸਟ ਦੇਣਾ ਹੈ। ਇਸ ਵਿਧੀ ਨਾਲ ਚੱਲੋ, ਕਿਉਂਕਿ ਦਿਨ ਪ੍ਰਤੀ ਦਿਨ ਸੇਵਾ ਦਾ ਹੋਰ ਵੀ ਤੀਵਰ ਗਤੀ ਨਾਲ ਅੱਗੇ ਵਧਣ ਦਾ ਸਮਾਂ ਆਉਂਦਾ ਜਾ ਰਿਹਾ ਹੈ। ਤੁਸੀਂ ਸਮਝਦੇ ਹੋ, ਅੱਛਾ ਇਹ 1 ਵਾਰਾ ਪੂਰਾ ਹੋ ਜਾਏਗਾ, ਫਿਰ ਰੈਸਟ ਕਰ ਲਵਾਂਗੇ, ਠੀਕ ਕਰ ਲਵਾਂਗੇ, ਯਾਦ ਨੂੰ ਜ਼ਿਆਦਾ ਵਧਾ ਲਵਾਂਗੇ। ਪਰ ਸੇਵਾ ਦੇ ਕੰਮ ਤਾਂ ਦਿਨ ਪ੍ਰਤੀ ਦਿਨ ਨਵੇਂ ਤੋਂ ਨਵੇਂ, ਵੱਡੇ ਤੋਂ ਵੱਡੇ ਹੋਣੇ ਨੇ। ਇਸ ਲਈ ਸਦਾ ਬੈਲੈਂਸ ਰੱਖੋ। ਅੰਮ੍ਰਿਤ ਵੇਲੇ ਫਰੈਸ਼ ਹੋ ਕੇ ਫਿਰ ਉਹੀ ਸਾਰਾ ਦਿਨ ਵਿੱਚ ਸਮੇਂ ਪ੍ਰਮਾਨ ਕਰੋ, ਤਾਂ ਬਾਪ ਦੀ ਬਲੈਸਿੰਗ ਵੀ ਐਕਸਟਰਾ ਮਿਲੇਗੀ। ਬੁੱਧੀ ਵੀ ਫਰੈਸ਼ ਹੋਣ ਦੇ ਕਾਰਨ ਬਹੁਤ ਜਲਦੀ ਸਫਲਤਾਪੂਰਵਕ ਕੰਮ ਕਰ ਸਕੇਗੀ। ਸਮਝਿਆ? ਬਾਪ ਦਾਦਾ ਵੇਖ ਰਹੇ ਸੀ, ਬੱਚਿਆਂ ਵਿੱਚ ਉਮੰਗ ਬਹੁਤ ਹੈ, ਇਸ ਲਈ ਸਰੀਰ ਦਾ ਵੀ ਨਹੀਂ ਸੋਚਦੇ, ਉਮੰਗ ਉਤਸ਼ਾਹ ਨਾਲ ਅੱਗੇ ਵਧ ਰਹੇ ਨੇ। ਅੱਗੇ ਵਧਣਾ ਬਾਪ ਦਾਦਾ ਨੂੰ ਚੰਗਾ ਲੱਗਦਾ ਹੈ, ਫਿਰ ਵੀ ਬੈਲੈਂਸ ਜ਼ਰੂਰੀ ਹੈ। ਭਾਵੇਂ ਕਹਿੰਦੇ ਰਹਿੰਦੇ ਹੋ, ਚਲਦੇ ਰਹਿੰਦੇ ਹੋ, ਪਰ ਕਦੇ ਕਦੇ ਜਿਵੇਂ ਬਹੁਤ ਕੰਮ ਹੁੰਦਾ ਹੈ। ਇੱਕ ਤਾਂ ਬੁੱਧੀ ਵਿੱਚ ਥਕਾਵਟ ਹੋਣ ਦੇ ਕਾਰਨ ਜਿੰਨਾ ਚਾਹੁੰਦੇ ਉਨਾ ਕਰ ਨਹੀਂ ਸਕਦੇ। ਦੂਜਾ, ਬਹੁਤ ਕੰਮ ਹੋਣ ਦੇ ਕਾਰਨ ਥੋੜਾ ਜਿਹਾ ਵੀ ਕਿਸੇ ਦੁਆਰਾ ਹਲਚਲ ਹੋਵੇਗੀ ਤਾਂ ਥਕਾਵਟ ਦੇ ਕਾਰਨ ਚਿੜਚਿੜਾਪਨ ਹੋ ਜਾਂਦਾ ਹੈ, ਉਸ ਨਾਲ ਖੁਸ਼ੀ ਘੱਟ ਹੋ ਜਾਂਦੀ ਹੈ। ਉਹਵੇਂ ਅੰਦਰ ਠੀਕ ਰਹਿੰਦੇ ਹੋ, ਸੇਵਾ ਦਾ ਪਲ ਵੀ ਮਿਲ ਰਿਹਾ ਹੈ, ਖੁਸ਼ੀ ਵੀ ਮਿਲ ਰਹੀ ਹੈ, ਫਿਰ ਵੀ ਸਰੀਰ ਤਾਂ ਪੁਰਾਣਾ ਹੈ ਨਾ, ਇਸ ਲਈ ਟੂ ਮਚ ਵਿੱਚ ਨਹੀਂ ਜਾਓ, ਬੈਲੈਂਸ ਰੱਖੋ। ਯਾਦ ਦੇ ਚਾਰਟ ਤੇ ਥਕਾਵਟ ਦਾ ਅਸਰ ਨਹੀਂ ਹੋਣਾ ਚਾਹੀਦਾ। ਜਿੰਨਾ ਸੇਵਾ ਵਿੱਚ ਬਿਜ਼ੀ ਰਹਿੰਦੇ ਹੋ, ਭਾਵੇਂ ਕਿੰਨੀ ਵੀ ਬਿਜ਼ੀ ਰਹੋ, ਪਰ ਥਕਾਵਟ ਮਿਟਾਉਣ ਦਾ ਵਿਸ਼ੇਸ਼ ਸਾਧਨ ਹਰ ਘੰਟੇ 2 ਘੰਟੇ ਵਿੱਚ 1 ਮਿੰਟ ਵੀ ਸ਼ਕਤੀਸ਼ਾਲੀ ਯਾਦ ਦਾ ਜ਼ਰੂਰ ਕੱਢੋ। ਜਿਵੇਂ ਕੋਈ ਸਰੀਰ ਤੋਂ ਕਮਜ਼ੋਰ ਹੁੰਦਾ ਹੈ, ਸਰੀਰ ਨੂੰ ਸ਼ਕਤੀ ਦੇਣ ਦੇ ਲਈ ਡਾਕਟਰ 2-2 ਘੰਟੇ ਬਾਅਦ ਤਾਕਤ ਦੀ ਦਵਾਈ ਪੀਣ ਲਈ ਦਿੰਦੇ ਨੇ, ਟਾਈਮ ਕੱਢ ਕੇ ਪੀਣੀ ਪੈਂਦੀ ਹੈ। ਤਾਂ ਵਿੱਚ 1 ਮਿੰਟ ਵੀ ਜੇਕਰ ਸ਼ਕਤੀਸ਼ਾਲੀ ਯਾਦ ਦਾ ਕੱਢੋ, ਉਸ ਵਿੱਚ ABC ਸਾਰੇ ਵਿਟਾਮਿਨ ਆ ਜਾਣਗੇ। ਸੁਣਾਇਆ ਸੀ ਨਾ, ਸ਼ਕਤੀਸ਼ਾਲੀ ਯਾਦ ਹਮੇਸ਼ਾ ਕਿਉਂ ਨਹੀਂ ਰਹਿੰਦੀ? ਜਦ ਹੈ ਹੀ ਬਾਪ ਦੇ, ਬਾਪ ਤੁਹਾਡਾ ਸਰਵ ਸੰਬੰਧ ਨੇ, ਦਿਲ ਦਾ ਪਿਆਰ ਹੈ, ਨੌਲੇਜਫੁਲ ਹੋ, ਪ੍ਰਾਪਤੀ ਦੇ ਅਨੁਭਵੀ ਹੋ, ਫਿਰ ਵੀ ਸ਼ਕਤੀਸ਼ਾਲੀ ਯਾਦ ਹਮੇਸ਼ਾ ਕਿਉਂ ਨਹੀਂ ਰਹਿੰਦੀ? ਉਸ ਦਾ ਕਾਰਨ ਕੀ ਹੈ? ਆਪਣੀ ਯਾਦ ਦਾ ਲਿੰਕ ਨਹੀਂ ਰੱਖਦੇ। ਲਿੰਕ ਟੁੱਟਦਾ ਹੈ, ਇਸ ਲਈ ਫਿਰ ਜੋੜਨ ਵਿੱਚ ਸਮਾਂ ਲੱਗਦਾ, ਮਿਹਨਤ ਲੱਗਦੀ, ਸ਼ਕਤੀਸ਼ਾਲੀ ਦੀ ਬਜਾਏ ਕਮਜ਼ੋਰ ਹੋ ਜਾਂਦੇ ਹੋ। ਵੀ ਸਮ੍ਰਿਤੀ ਤਾਂ ਨਹੀਂ ਹੋ ਸਕਦੀ, ਯਾਦ ਰਹਿੰਦੀ ਹੈ, ਪਰ ਹਮੇਸ਼ਾ ਸ਼ਕਤੀਸ਼ਾਲੀ ਯਾਦ ਖੁਦ ਰਹੇ, ਉਸ ਦੇ ਲਈ ਲਿੰਕ ਟੁੱਟਣਾ ਨਹੀਂ ਚਾਹੀਦਾ। ਹਰ ਸਮੇਂ ਬੁੱਧੀ ਵਿੱਚ ਯਾਦ ਦਾ ਲਿੰਕ ਜੁਟਿਆ ਰਹੇ, ਉਸ ਦੀ ਵਿਧੀ ਇਹੀ ਹੈ। ਇਹ ਜ਼ਰੂਰ ਸਮਝੋ, ਜਿਵੇਂ ਉਹ ਕੰਮ ਸਮਝਦੇ ਹੋ ਜ਼ਰੂਰੀ ਹੈ, ਇਹ ਪਲਾਨ ਪੂਰਾ ਕਰਕੇ ਉੱਠਣਾ ਹੈ, ਇਸ ਲਈ ਸਮੇਂ ਵੀ ਦਿੰਦੇ ਹੋ, એનર્ਜੀ ਵੀ ਲਗਾਉਂਦੇ ਹੋ, ਉਵੇਂ ਇਹ ਵੀ ਜ਼ਰੂਰੀ ਹੈ, ਇਸ ਨੂੰ ਪਿੱਛੇ ਨਹੀਂ ਕਰੋ। ਇਹ ਕੰਮ ਪਹਿਲੇ ਪੂਰਾ ਕਰਕੇ ਫਿਰ ਯਾਦ ਕਰ ਲਾਂਗੇ, ਨਹੀਂ, ਇਸ ਦਾ ਸਮਾਂ ਆਪਣੇ ਪ੍ਰੋਗਰਾਮ ਵਿੱਚ ਪਹਿਲੇ ਐਡ ਕਰੋ। ਜਿਵੇਂ ਸੇਵਾ ਦੇ ਪਲਾਨ ਦੇ ਲਈ 2 ਘੰਟੇ ਦਾ ਟਾਈਮ ਫਿਕਸ ਕਰਦੇ ਹੋ, ਭਾਵੇਂ ਮੀਟਿੰਗ ਕਰਦੇ ਹੋ, ਭਾਵੇਂ ਪ੍ਰੈਕਟੀਕਲ ਕਰਦੇ ਹੋ, 2 ਘੰਟੇ ਦੇ ਨਾਲ ਨਾਲ ਇਹ ਵੀ ਵਿੱਚ ਕਰਨਾ ਹੀ ਹੈ, ਇਹ ਐਡ ਕਰੋ। ਜੋ 1 ਘੰਟੇ ਵਿੱਚ ਪਲਾਨ ਬਣਾਓਗੇ ਉਹ ਅੱਧੇ ਘੰਟੇ ਵਿੱਚ ਹੋ ਜਾਏਗਾ। ਕਰਕੇ ਤਾਂ ਵੇਖੋ, ਖੁਦ ਹੀ ਫਰੈਸ਼ਨੈਸ ਨਾਲ 2 ਵਜੇ ਅੱਖ ਖੁੱਲਦੀ ਹੈ, ਉਹ ਦੂਜੀ ਗੱਲ ਹੈ।
ਪਰ ਕੰਮ ਦੇ ਕਾਰਨ ਜਾਗਣਾ ਪੈਂਦਾ ਹੈ, ਉਸ ਦਾ ਇਫੈਕਟ, ਉਸ ਦਾ ਪ੍ਰਭਾਵ ਸਰੀਰ ਤੇ ਆਉਂਦਾ ਹੈ। ਇਸ ਲਈ ਬੈਲੈਂਸ ਦੇ ਉੱਪਰ ਹਮੇਸ਼ਾ ਟੈਨਸ਼ਨ ਰੱਖੋ। ਬਾਪ ਦਾਦਾ ਦਾ ਬੱਚਿਆਂ ਨੂੰ ਇੰਨਾ ਬਿਜ਼ੀ ਵੇਖ ਕੇ ਇਹੀ ਸੋਚਦੇ ਨੇ ਕਿ ਇਹਨਾਂ ਦੇ ਮੱਥੇ ਦੀ ਮਾਲਿਸ਼ ਹੋਣੀ ਚਾਹੀਦੀ ਹੈ, ਪਰ ਸਮੇਂ ਕੱਢ ਕੇ ਵਤਨ ਵਿੱਚ ਬਾਪ ਦਾਦਾ ਕੋਲ ਆਉਣਗੇ ਤਾਂ ਹੀ ਤਾਂ ਬਾਪ ਦਾਦਾ ਮਾਲਿਸ਼ ਕਰਨਗੇ। ਉਹ ਵੀ ਅਲੌਕਿਕ ਹੋਵੇਗੀ, ਐਵੇਂ ਲੌਕਿਕ ਮਾਲਿਸ਼ ਥੋੜੀ ਹੋਵੇਗੀ। ਇੱਕਦਮ ਫਰੈਸ਼ ਹੋ ਜਾਣਗੇ। 1 ਸੈਕਿੰਡ ਦੀ ਸ਼ਕਤੀਸ਼ਾਲੀ ਯਾਦ ਤਨ ਤੇ ਮਨ ਦੋਨਾਂ ਨੂੰ ਫਰੈਸ਼ ਕਰ ਦਿੰਦੀ ਹੈ। ਬਾਪ ਦੇ ਵਤਨ ਵਿੱਚ ਆਓ, ਜੋ ਸੰਕਲਪ ਕਰੋਗੇ ਉਹ ਪੂਰਾ ਹੋ ਜਾਵੇਗਾ। ਭਾਵੇਂ ਸਰੀਰ ਦੀ ਥਕਾਵਟ ਹੋਵੇ, ਭਾਵੇਂ ਦਿਮਾਗ ਦੀ, ਭਾਵੇਂ ਸਥਿਤੀ ਦੀ ਥਕਾਵਟ ਹੋਵੇ, ਬਾਪ ਤਾਂ ਆਏ ਹੀ ਨੇ ਥਕਾਵਟ ਉਤਾਰਨ ਦੇ ਲਈ। ਅੱਜ ਡਬਲ ਵਿਦੇਸ਼ੀਆਂ ਨਾਲ ਪਰਸਨਲ ਰੂਹ ਰਿਹਾਨ ਕਰ ਰਹੇ ਨੇ। ਬਹੁਤ ਚੰਗੀ ਸੇਵਾ ਕੀਤੀ ਹੈ, ਕਰਦੇ ਹੀ ਰਹਿਣਾ ਹੈ। ਸੇਵਾ ਵਧਣਾ ਇਹ ਡਰਾਮਾ ਅਨੁਸਾਰ ਬਣਿਆ ਹੋਇਆ ਹੈ। ਕਿੰਨੇ ਵੀ ਤੁਸੀਂ ਸੋਚੋ ਕਿ ਹੁਣ ਤਾਂ ਬਹੁਤ ਹੋ ਗਿਆ, ਪਰ ਡਰਾਮਾ ਦੀ ਭਾਵੀ ਬਣੀ ਹੋਈ ਹੈ। ਇਸ ਲਈ ਸੇਵਾ ਦੇ ਪਲਾਨ ਨਿਕਲਨੇ ਹੀ ਹੈ। ਤੁਸੀਂ ਸਭ ਨੂੰ ਨਿਮਿਤ ਬਣ ਕਰਨੀ ਹੀ ਹੈ। ਇਹ ਭਾਵੀ ਕੋਈ ਬਦਲ ਨਹੀਂ ਸਕਦੇ। ਬਾਪ ਭਾਵੇਂ 1 ਵਰਾ ਸੇਵਾ ਤੋਂ ਰੈਸਟ ਦੇ ਦੇਣ ਤਾਂ ਵੀ ਨਹੀਂ ਬਦਲ ਸਕਦਾ। ਸੇਵਾ ਤੋਂ ਫ੍ਰੀ ਹੋ ਕੇ ਬੈਠ ਸਕੋਗੇ। ਜਿਵੇਂ ਯਾਦ ਬ੍ਰਾਹਮਣ ਜੀਵਨ ਦੀ ਖੁਰਾਕ ਹੈ, ਐਵੇਂ ਸੇਵਾ ਵੀ ਜੀਵਨ ਦੀ ਖੁਰਾਕ ਹੈ। ਬਿਨਾਂ ਖੁਰਾਕ ਦੇ ਕਦੇ ਕੋਈ ਰਹਿ ਸਕਦਾ ਹੈ ਕਿ, ਪਰ ਬੈਲੈਂਸ ਜ਼ਰੂਰੀ ਹੈ। ਐਨਾ ਵੀ ਜ਼ਿਆਦਾ ਨਹੀਂ ਕਰੋ ਜੋ ਬੁੱਧੀ ਤੇ ਬੋਝ ਹੋਵੇ, ਐਨਾ ਵੀ ਨਾ ਕਰੋ ਜੋ ਅਲਬੇਲੇ ਹੋ ਜਾਓ। ਨਾ ਬੋਝ ਹੋਵੇ ਨਾ ਅਲਬੇਲਾਪਨ ਹੋਵੇ। ਇਸ ਨੂੰ ਕਹਿੰਦੇ ਨੇ ਬੈਲੈਂਸ। ਅੱਛਾ, ਹਮੇਸ਼ਾ ਯਾਦ ਤੇ ਸੇਵਾ ਦੇ ਬੈਲੈਂਸ ਦੁਆਰਾ ਬਾਪ ਦੀ ਬਲੈਸਿੰਗ ਦੇ ਅਧਿਕਾਰੀ, ਹਮੇਸ਼ਾ ਬਾਪ ਸਮਾਨ ਡਬਲ ਲਾਈਟ ਰਹਿਣ ਵਾਲੇ, ਹਮੇਸ਼ਾ ਨਿਰੰਤਰ ਸ਼ਕਤੀਸ਼ਾਲੀ ਯਾਦ ਦਾ ਲਿੰਕ ਜੋੜਨ ਵਾਲੇ, ਹਮੇਸ਼ਾ ਸਰੀਰ ਤੇ ਆਤਮਾ ਨੂੰ ਰਿਫਰੈਸ਼ ਰੱਖਣ ਵਾਲੇ, ਹਰ ਕਰਮ ਵਿਧੀ ਪੂਰਵਕ ਕਰਨ ਵਾਲੇ, ਹਮੇਸ਼ਾ ਸ੍ਰੇਸ਼ਟ ਸਿੱਧੀ ਪ੍ਰਾਪਤ ਕਰਨ ਵਾਲੇ, ਅਜਿਹੀਆਂ ਸ੍ਰੇਸ਼ਟ ਸਮੀਪ ਬੱਚਿਆਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਵਰਦਾਨ ਹੈ, ਸ੍ਰੇਸ਼ਟ ਤਕਦੀਰ ਦੀ ਸਮ੍ਰਿਤੀ ਦੁਆਰਾ ਆਪਣੇ ਸਮਰਥ ਸਵਰੂਪ ਵਿੱਚ ਰਹਿਣ ਵਾਲੇ ਸੂਰਜਵੰਸ਼ੀ ਪਦਵੀ ਦੇ ਅਧਿਕਾਰੀ ਭਵ। ਸ੍ਰੇਸ਼ਟ ਤਕਦੀਰ ਦੀ ਸਮ੍ਰਿਤੀ ਦੁਆਰਾ ਆਪਣੇ ਸਮਰਥ ਸਵਰੂਪ ਵਿੱਚ ਰਹਿਣ ਵਾਲੇ ਸੂਰਜਵੰਸ਼ੀ ਪਦਵੀ ਦੇ ਅਧਿਕਾਰੀ ਭਵ, ਜੋ ਆਪਣੀ ਸ੍ਰੇਸ਼ਟ ਤਕਦੀਰ ਨੂੰ ਹਮੇਸ਼ਾ ਸਮ੍ਰਿਤੀ ਵਿੱਚ ਰੱਖਦੇ ਨੇ। ਉਹ ਸਮਰਥ ਸਵਰੂਪ ਵਿੱਚ ਰਹਿੰਦੇ ਨੇ। ਉਹਨਾਂ ਨੂੰ ਹਮੇਸ਼ਾ ਆਪਣਾ ਅਨਾਦਿ ਅਸਲੀ ਸਵਰੂਪ ਸਮ੍ਰਿਤੀ ਵਿੱਚ ਰਹਿੰਦਾ ਹੈ। ਕਦੇ ਨਕਲੀ ਫੇਸ ਧਾਰਨ ਨਹੀਂ ਕਰ ਸਕਦੇ। ਕਈ ਵਾਰ ਮਾਇਆ ਨਕਲੀ ਗੁਣ ਤੇ ਕਰਤੱਵਿਆਂ ਦਾ ਸਵਰੂਪ ਬਣਾ ਦਿੰਦੀ ਹੈ। ਕਿਸੇ ਨੂੰ ਕ੍ਰੋਧੀ, ਕਿਸੇ ਨੂੰ ਲੋਭੀ, ਕਿਸੇ ਨੂੰ ਦੁਖੀ, ਕਿਸੇ ਨੂੰ ਅਸ਼ਾਂਤ ਬਣਾ ਦਿੰਦੀ ਹੈ। ਪਰ ਅਸਲੀ ਸਵਰੂਪ ਇਹਨਾਂ ਸਾਰੀਆਂ ਗੱਲਾਂ ਤੋਂ ਪਰੇ ਹੈ। ਜੋ ਬੱਚੇ ਆਪਣੇ ਅਸਲੀ ਸਵਰੂਪ ਵਿੱਚ ਸਥਿਤ ਰਹਿੰਦੇ ਨੇ, ਉਹ ਸੂਰਜਵੰਸ਼ੀ ਪਦਵੀ ਦੇ ਅਧਿਕਾਰੀ ਬਣ ਜਾਂਦੇ ਨੇ। ਸਲੋਗਨ ਹੈ, ਸਰਵ ਤੇ ਰਹਿਮ ਕਰਨ ਵਾਲੇ ਬਣੋ ਤੇ ਐਮ ਤੇ ਵਹਿਮ ਸਮਾਪਤ ਹੋ ਜਾਵੇਗਾ। ਸਰਵ ਤੇ ਰਹਿਮ ਕਰਨ ਵਾਲੇ ਬਣੋ ਤੇ ਅਹਿਮ ਤੇ ਵਹਿਮ ਖਤਮ ਹੋ ਜਾਵੇਗਾ। ਅੱਛਾ, ਓਮ ਸ਼ਾਂਤੀ।